Dear students of 10th class, ਅੱਜ ਆਪਾਂ some glimpses of ancient Indian thought and practices lesson ਦੇ next questions ਕਰਾਂਗੇ। Question number 11, why did Shivaji bow his head before the woman who was brought to him as a gift? ਸ਼ਿਵਾਜੀ ਜੋ ਕਿ ਰਾਜਾ ਸਨ, ਉਹਨਾਂ ਦੇ ਕੋਲ ਇੱਕ ਔਰਤ ਨੂੰ ਲਿਆਂਦਾ ਗਿਆ, was brought ਮਤਲਬ ਲਿਆਂਦਾ ਗਿਆ, ਐਜ਼ ਏ ਗਿਫਟ ਤੋਹਫੇ ਵਜੋਂ। ਸ਼ਿਵਾਜੀ ਨੇ ਉਸ ਲੇਡੀ ਦੇ ਪ੍ਰਤੀ ਆਪਣੇ ਸਿਰ ਨੂੰ ਝੁਕਾਇਆ। BOW ਬੋ ਮੀਨਸ ਝੁਕਾਇਆ। ਕਿਉਂ? ਇਸ ਦਾ ਕੀ ਕਾਰਨ ਸੀ? ਆਨਸਰ, ਸ਼ਿਵਾਜੀ ਹੈਡ ਅ ਗ੍ਰੇਟ ਰਿਗਾਰਡ ਫॉर ਵਿਮਨ। ਸ਼ਿਵਾਜੀ ਔਰਤਾਂ ਦੀ ਕਾਫੀ ਰਿਗਾਰਡ ਕਰਦੇ ਸਨ, ਇੱਜ਼ਤ ਕਰਦੇ ਸਨ। ਹੀ ਲੁਕਡ ਅਪੋਨ them ਐਜ਼ ਹਿਸ ਮਦਰਸ। ਉਹ ਔਰਤਾਂ ਨੂੰ ਆਪਣੀ ਮਾਂ ਦੇ ਬਰਾਬਰ ਸਮਝਦੇ ਸਨ। looked upon them means ਉਹਨਾਂ ਨੂੰ ਸਮਝਦੇ ਸਨ। that was why he called that woman mother and bowed his head before her। ਇਸ ਕਰਕੇ ਸ਼ਿਵਾਜੀ ਨੇ ਉਸ ਔਰਤ ਨੂੰ ਆਪਣੀ ਮਾਂ ਪੁਕਾਰ ਕੇ ਉਸ ਦੇ ਅੱਗੇ ਸਿਰ ਝੁਕਾਇਆ ਕਿ she is the mother of mankind। ਇੱਦਾਂ ਵੀ ਕਿਹਾ ਸੀ ਉਹਨਾਂ ਨੇ। he said that woman is the mother of mankind। question number 12, why according to you were the wars fought in Mahabharata and Ramayana sacred? ਜਿਹੜੇ ਯੁੱਧ ਮਹਾਭਾਰਤ ਤੇ ਰਾਮਾਇਣਾ ਵਿੱਚ ਹੋਏ ਸਨ ਉਹ ਸੈਕਰਡ ਕਿਉਂ ਸਨ? ਸੈਕਰਡ ਮੀਨਸ ਪਵਿੱਤਰ। These wars were fought to defend and uphold the honor of motherhood। ਇਹ ਜਿਹੜੇ ਯੁੱਧ ਸਨ ਇਹ ਮਦਰਹੁਡ ਮਾਤਰ ਸ਼ਕਤੀ ਨੂੰ ਡਿਫੈਂਡ ਕਰਨ ਦੇ ਲਈ, ਉਸ ਦਾ ਬਚਾਅ ਕਰਨ ਦੇ ਲਈ ਔਰ ਉਸ ਦੇ ਰੁਤਬੇ ਨੂੰ ਉੱਚਾ ਚੁੱਕਣ ਵਾਸਤੇ ਲੜੇ ਗਏ ਸਨ। ਮਤਲਬ ਔਰਤ ਦਾ ਰੁਤਬਾ ਉੱਚਾ ਚੁੱਕਣ ਵਾਸਤੇ ਲੜੇ ਗਏ ਸਨ। ਦੈਟ ਵਾਸ ਵਾਈ ਦੇ ਵਰ ਕੰਸੀਡਰਡ ਸੈਕਰਡ। ਇਸ ਕਰਕੇ ਇਹਨਾਂ ਨੂੰ ਪਵਿੱਤਰ ਸਮਝਿਆ ਜਾਂਦਾ ਹੈ। ਕੰਸੀਡਰਡ ਮੀਨ ਸਮਝਿਆ ਜਾਂਦਾ ਹੈ, ਸੈਕਰਡ ਪਵਿੱਤਰ। ਵਾਈ ਡਜ਼ ਲਾਰਡ Rama's meeting with a Bhil woman and eating the tasted berries show? What does ਮਤਲਬ ਕੀ ਸ਼ੋਅ ਕਰਦੀ ਹੈ ਕਿ ਲਾਰਡ ਰਾਮਾ ਜਦੋਂ ਇੱਕ ਭੀਲ ਔਰਤ ਨੂੰ ਮਿਲੇ ਔਰ ਉਸਦੇ ਜੂਠੇ ਬੇਰ ਖਾਦੇ ਉਹਨਾਂ ਨੇ। ਟੈਸਟਡ ਬੇਰੀਜ਼, ਜੂਠੇ ਬੇਰ ਖਾਦੇ। ਆਨਸਰ, ਇਟ ਸ਼ੋਜ਼ ਦੈਟ ਇਨ ਐਂਸ਼ੀਅੰਟ ਇੰਡੀਆ ਦੇਰ ਵਾਸ ਨੈਵਰ ਐਨੀ ਡਿਸਕ੍ਰਿਮੀਨੇਸ਼ਨ ਔਨ ਦ ਬੇਸਿਸ ਆਫ ਕਾਸਟ, ਕ੍ਰੀਡ ਔਰ ਪ੍ਰੋਫੈਸ਼ਨ। ਇਹ ਸਾਨੂੰ ਇਹ ਸ਼ੋਅ ਕਰਦਾ ਹੈ ਕਿ ਏਂਸ਼ੀਅੰਟ ਇੰਡੀਆ ਦੇ ਵਿੱਚ, ਪੁਰਾਤਨ ਭਾਰਤ ਦੇ ਵਿੱਚ ਦੇਅਰ ਵਾਜ਼ ਨੈਵਰ ਐਨੀ ਡਿਸਕ੍ਰਿਮੀਨੇਸ਼ਨ। ਡਿਸਕ੍ਰਿਮੀਨੇਸ਼ਨ ਮੀਨਸ ਭੇਦ, ਫਰਕ। ਉਹਨਾਂ ਨੇ ਕਿਹਾ ਕਿ ਪੁਰਾਣੇ ਭਾਰਤ ਦੇ ਵਿੱਚ ਕਾਸਟ, ਜਾਤੀ, ਕਰੀਡ, ਧਰਮ, ਪ੍ਰੋਫੈਸ਼ਨ, ਕੋਈ ਧੰਦਾ, ਇਸ ਦੇ ਬੇਸਿਸ ਯਾਨੀ ਆਧਾਰ ਦੇ ਉੱਤੇ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਸੀ, ਕੋਈ ਵੀ ਭੇਦਭਾਵ ਨਹੀਂ ਸੀ। What does the practice of ਲੰਗਰ stand for? ਬੇਟੇ ਜਿਹੜਾ ਆਪਾਂ ਲੰਗਰ ਛਕਦੇ ਹਾਂ ਜਾਂ ਦੂਜਿਆਂ ਨੂੰ ਛਕਾਉਂਦੇ ਹਾਂ, ਇਸ ਦਾ ਕੀ ਭਾਵ ਹੈ, ਕਾਹਦੇ ਵਾਸਤੇ ਹੈ? ਸੌਰੀ, tradition of ਲੰਗਰ gives the message that you should eat only after you have shared your meal with others। ਬੇਟੇ ਜਿਹੜੀ ਲੰਗਰ ਦੀ ਟ੍ਰੈਡੀਸ਼ਨ ਹੈ, ਰੀਤ ਹੈ, ਇਹ ਸਾਨੂੰ ਇੱਕ ਮੈਸੇਜ ਦਿੰਦੀ ਹੈ ਕਿ ਸਾਨੂੰ ਉਦੋਂ ਹੀ ਖਾਣਾ ਚਾਹੀਦਾ ਹੈ ਜਦੋਂ ਅਸੀਂ ਦੂਸਰਿਆਂ ਦੇ ਨਾਲ ਆਪਣੇ ਭੋਜਨ ਨੂੰ ਸ਼ੇਅਰ ਕਰ ਲਿਆ ਹੈ, ਵੰਡ ਲਿਆ ਹੈ। The spirit behind this tradition is that the whole universe is our family। ਇਸ ਰੀਤ ਤੋਂ ਇਹ ਵੀ ਭਾਵ ਹੈ ਕਿ ਪੂਰਾ ਜੋ ਬ੍ਰਹਿਮੰਡ ਹੈ, ਯੂਨੀਵਰਸ ਹੈ, ਉਹ ਇੱਕੋ ਹੀ ਪਰਿਵਾਰ ਹੈ। Question number 15, give an example to prove that in ancient India there was no discrimination on the basis of caste। ਉਹ ਕਹਿੰਦੇ ਕਿ ਇੱਕ ਐਗਜ਼ਾਮਪਲ ਦਿਓ ਜਿਸ ਔਰ ਸਿੱਧ ਕਰੋ ਕਿ ਪੁਰਾਤਨ ਭਾਰਤ ਦੇ ਵਿੱਚ ਜਾਤੀ ਦੇ ਤੌਰ ਤੇ ਕੋਈ ਵੀ ਭੇਦਭਾਵ ਨਹੀਂ ਸੀ। ਇਨ ਦਾ ਰਾਮਾਇਣਾ ਲਾਰਡ ਰਾਮਾ ਏਟ ਦਾ ਟੇਸਟਡ ਬੇਰੀਜ਼ ਆਫ ਫਰੋਮ ਅ ਲੋ ਕਾਸਟ ਵੂਮਨ। ਦੇਖੋ ਪੁਰਾਤਨ ਭਾਰਤ ਦੇ ਵਿੱਚ ਲਾਰਡ ਰਾਮ, ਭਗਵਾਨ ਰਾਮ ਨੇ ਇੱਕ ਭੀਲ ਔਰਤ ਦੀਆਂ ਜੂਠੇ ਬੇਰ ਖਾਧੇ ਸਨ ਜੋ ਕਿ ਲੋ ਕਾਸਟ, ਛੋਟੀ ਜਾਤ ਦੇ ਨਾਲ ਬਿਲੋਂਗ ਕਰਦੀ ਸੀ। ਦਿਸ ਪ੍ਰੂਵਸ ਦੈਟ ਦੇਰ ਵਾਸ ਨੋ ਡਿਸਕ੍ਰਿਮੀਨੇਸ਼ਨ ਔਨ ਦ ਬੇਸਿਸ ਆਫ ਕਾਸਟ ਇਨ ਏਂਸ਼ੀਅੰਟ ਇੰਡੀਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੁਰਾਤਨ ਭਾਰਤ ਦੇ ਵਿੱਚ
ਕੋਈ ਵੀ ਡਿਸਕ੍ਰਿਮੀਨੇਸ਼ਨ ਯਾਨੀ ਕਿ ਭੇਦਭਾਵ ਨਹੀਂ ਸੀ। ਓਕੇ, ਥੈਂਕ ਯੂ ਵੈਰੀ ਮੱਚ।